ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਪਾਰਥ ਭੰਡਾਰੀ ਅੱਜ ਇਸ ਵੀਡੀਓ ਰਾਹੀਂ ਮੌਸਮੀ ਤਬਦੀਲੀ, ਇਹਨਾਂ ਦੇ ਪ੍ਰਭਾਵਾਂ ਅਤੇ ਫੀਡਬੈਕ ਚੱਕਰਾਂ ਬਾਰੇ ਗੱਲ ਕਰਨ ਜਾ ਰਿਹਾ ਹਾਂ। ਅਸੀਂ ਸਭ ਨੇ ਲੋਕਾਂ ਨੂੰ ਮੌਸਮਾਂ ਦੇ ਬਦਲਾਵ ਅਤੇ ਉਹਦੇ ਪ੍ਰਭਾਵਾਂ ਬਾਰੇ ਗੱਲ ਕਰਦੇ ਹੋਏ ਸੁਣਿਆ ਹੈ, ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਇਹ ਪ੍ਰਸ਼ਨ ਪੁੱਛਣਾ ਚਾਹੀਦਾ ਹੈ ਕਿ ਮੌਸਮੀ ਤਬਦੀਲੀ ਹੁੰਦੀ ਕੀ ਹੈ। ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਇੱਕ ਪੱਕੇ ਆਧਾਰ ਨਾਲ ਆਰੰਭ ਕਰਨਾ ਚੰਗਾ ਰਹੇਗਾ। ਮੌਸਮ ਧਰਤੀ ਉੱਤੇ ਤਾਪਮਾਨ, ਦਬਾਅ ਅਤੇ ਮੀਂਹ ਦੀ ਇੱਕ ਲੰਬੇ ਮਿਆਦ ਦੀ ਔਸਤ ਹੈ। ਇਸ ਲਈ ਮੌਸਮੀ ਤਬਦੀਲੀ ਬਾਰੇ ਜਾਣਨ ਵਾਸਤੇ ਇੱਕ ਖਾਸ ਖੇਤਰ ਦੇ ਤਾਪਮਾਨ, ਦਬਾਅ ਅਤੇ ਮੀਂਹ ਦੇ ਬਾਰੇ ਵਿਚਾਰ ਕਰਦੇ ਹਾਂ। ਆਪਾਂ ਮੌਸਮੀ ਤਬਦੀਲੀ ਨੂੰ ਦੋ ਭਾਗਾਂ 'ਚ ਵੰਡ ਸਕਦੇ ਹਾਂ। ਪਹਿਲਾ ਸਿੱਧੇ ਅਰਥਾਤ ਪ੍ਰਤੱਖ ਵਿਚਾਰ ਤੇ ਦੂਜਾ ਅਪ੍ਰਤੱਖ ਵਿਚਾਰ। ਸਿੱਧੇ ਵਿਚਾਰਾਂ ਦੀ ਸ਼੍ਰੇਣੀ ਵਿੱਚ ਸਾਡੇ ਕੋਲ ਹਨ ਭਾਰੀ ਅਤੇ ਅਚਾਨਕ ਮੀਂਹ ਨਾਲ ਆਈ ਹੜ੍ਹ, ਗਰਮ ਹਵਾਵਾਂ, ਸਮੁੰਦਰੀ ਸਤਹ ਦਾ ਵਧਣਾ, ਵੱਧੋ ਵੱਧ ਤੇ ਘੱਟੋ ਘੱਟ ਤਾਪਮਾਨ ਵਿੱਚ ਬਦਲਾਵ ਦਾ ਹੋਣਾ, ਸਮੁੰਦਰੀ ਤਾਪਮਾਨ ਦਾ ਵਧਣਾ ਤੇ ਧਰਤੀ ਹੇਠਲੇ ਪਾਣੀ ਦੀ ਕਮੀ। ਅਪ੍ਰਤੱਖ ਯਾਨੀ ਅਸਿੱਧੇ ਨਤੀਜੇ ਹਨ ਜੈਵ ਵਿਭਿੰਨਤਾ ਦਾ ਨੁਕਸਾਨ, ਗਰਮੀ ਦੇ ਸਟ੍ਰੋਕਸ ਤੇ ਹੱਦ ਠੰਡ ਕਰਕੇ ਸਿਹਤ ਤੇ ਹੋਣ ਵਾਲੇ ਪ੍ਰਭਾਵ, ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਦਾ ਨੁਕਸਾਨ ਅਤੇ ਭਾਰੀ ਬਾਰਿਸ਼ ਜਾਂ ਬਾਰਿਸ਼ ਦੀ ਕਮੀ ਨਾਲ ਆਈ ਫਸਲਾਂ ਦਾ ਨੁਕਸਾਨ। ਹੁਣ ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਉੱਠਦਾ ਹੈ ਉਹ ਇਹ ਹੈ ਕਿ ਮੈਨੂੰ ਯਾਨੀ ਇੱਕ ਆਮ ਇਨਸਾਨ ਨੂੰ ਇਸ ਤੋਂ ਕੀ ਫਰਕ ਪੈਂਦਾ ਹੈ। ਇਸ ਖਾਤਰ ਆਪਾਂ ਆਰਥਿਕ ਪ੍ਰਭਾਵਾਂ ਬਾਰੇ ਗੱਲ ਕਰਦੇ ਹਾਂ। ਹੜ੍ਹਾਂ ਦੇ ਕਾਰਨ ਟੁੱਟੀਆਂ ਸੜਕਾਂ ਤੇ ਮਕਾਨਾਂ ਨੂੰ ਦੁਬਾਰਾ ਬਣਾਉਣ ਲਈ ਬਹੁਤ ਖਰਚਾ ਹੁੰਦਾ ਹੈ। ਫਸਲਾਂ ਖਰਾਬ ਹੋਣ ਕਰਕੇ ਫਲ ਤੇ ਸਬਜ਼ੀਆਂ ਦਾ ਭਾਅ ਵੀ ਵੱਧ ਜਾਂਦਾ ਹੈ, ਜਿਹਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਊਗਾ। ਗਰਮੀ ਵਧਣ ਦੇ ਕਾਰਨ ਕੂਲਰ ਤੇ ਏਸੀ ਖਰੀਦਣਾ ਪਊਗਾ, ਜਿਹਦਾ ਖਰਚਾ ਵਧੇਗਾ। ਗਰਮੀ ਦੇ ਸਟ੍ਰੋਕਸ ਦੇ ਕਾਰਨ ਸਿਹਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਧਰਤੀ ਹੇਠਲੇ ਪਾਣੀ ਘਟਣ ਦੇ ਕਾਰਨ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਇਸਤੇਮਾਲ ਕਰਨਾ ਪਊਗਾ। ਇਸ ਪਾਣੀ ਨੂੰ ਘਰੇਲੂ ਅਤੇ ਉਦਯੋਗਿਕ ਗਤੀਵਿਧੀਆਂ ਵਾਸਤੇ ਇਸਤੇਮਾਲ ਕਰਨ ਦੇ ਲਈ ਸਾਨੂੰ ਇੱਕ ਬੁਨਿਆਦੀ ਢਾਂਚਾ ਚਾਹੀਦਾ ਹੈ, ਜਿਹਨੂੰ ਬਣਾਉਣ ਲਈ ਵੀ ਬਹੁਤ ਖਰਚਾ ਆਵੇਗਾ। ਹੁਣ ਇਹਨਾਂ ਤੱਥਾਂ ਨੂੰ ਸੁਣਨ ਦੇ ਬਾਅਦ ਜਦੋਂ ਅਸੀਂ ਵਿਚਾਰ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਜਿਹੜਾ ਅਗਲਾ ਵਿਚਾਰ ਆਉਂਦਾ ਹੈ ਉਹ ਇਹ ਹੈ ਕਿ ਇਹ ਸਮੱਸਿਆ ਸ਼ੁਰੂ ਕਿੱਥੋਂ ਹੋਈ। ਇਸ ਦੇ ਪਿੱਛੇ ਦੋ ਕਾਰਨ ਹਨ, ਕੁਦਰਤੀ ਕਾਰਨ ਅਤੇ ਮਨੁੱਖੀ ਗਤੀਵਿਧੀਆਂ ਦੇ ਕਾਰਨ। ਕੁਦਰਤੀ ਕਾਰਨ ਹਨ ਜਵਾਲਾਮੁਖੀ ਦਾ ਫਟਣਾ, ਸਮੁੰਦਰੀ ਧਾਰਾਵਾਂ ਅਤੇ ਸੂਰਜੀ ਪਰਿਵਰਤਨਸ਼ੀਲਤਾ। ਮਨੁੱਖੀ ਕਾਰਨ ਹਨ ਜੰਗਲਾਂ ਦੀ ਕਟਾਈ, ਕੋਲਾ ਜਲਾਉਣਾ, ਵਾਹਨਾਂ ਤੇ ਉਦਯੋਗਾਂ ਤੋਂ ਪ੍ਰਦੂਸ਼ਿਤ ਗੈਸਾਂ ਦੀ ਨਿਕਾਸੀ, ਪਰਾਲੀ ਜਲਾਉਣਾ, ਪਲਾਸਟਿਕ ਨੂੰ ਗਲਾਉਣਾ ਸੜਾਉਣਾ ਅਤੇ ਹੋਰ ਵੀ ਕਈ ਕਾਰਨ ਹਨ। ਇਹਨਾਂ ਸਾਰੇ ਵਿਚਾਰਾਂ ਦੇ ਨਾਲ ਇੱਕ ਪ੍ਰਸ਼ਨ ਹੋਰ ਸਾਡੇ ਮਨ ਨੂੰ ਕਟੋਚਦਾ ਹੈ ਕਿ ਇਹ ਸਾਡੇ ਰਾਜ ਲਈ ਕਿੰਨਾ ਨੁਕਸਾਨਦਾਇਕ ਹੈ। ਅਸੀਂ ਜਾਣਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਹਾਂ। ਕਦੀ ਤਾਂ ਅਚਾਨਕ ਆਈ ਬਾਰਿਸ਼ ਕਰਕੇ ਸਾਡੀ ਫਸਲਾਂ ਬਰਬਾਦ ਹੋ ਜਾਂਦੀਆਂ ਹਨ ਤੇ ਕਦੀ ਧਰਤੀ ਹੇਠਲੇ ਪਾਣੀ ਦੀ ਕਮੀ ਦੇ ਕਾਰਨ ਕਿਸਾਨਾਂ ਨੂੰ ਵਾਧੂ ਪੈਸਾ ਖਰਚ ਕਰਨਾ ਪੈਂਦਾ ਹੈ। ਵੱਧਦੇ ਉਦਯੋਗਾਂ ਤੇ ਵੱਧਦੀ ਆਬਾਦੀ ਲਈ ਪਾਣੀ ਨੂੰ ਪੂਰਾ ਕਰਨ ਵਾਸਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਪਾਣੀ ਦੀ ਕਮੀ ਹੁੰਦੀ ਹੈ। ਦੂਜਾ ਬਿੰਦੂ ਹੈ ਹਰਿਆਣਾ ਤੇ ਪੰਜਾਬ ਦੇ ਡਰੇਨੇਜ ਸਿਸਟਮ ਅਤੇ ਸੜਕਾਂ ਦਾ ਬਹੁਤ ਮਾੜਾ ਹਾਲ ਹੈਗਾ। ਭਾਰੀ ਬਾਰਿਸ਼ ਵੇਲੇ ਆਪਾਤਕਾਲੀਨ ਸਥਿਤੀਆਂ ਦੇ ਵਿੱਚ ਲੋਕ ਹਸਪਤਾਲ ਜਾਂ ਡਾਕਟਰ ਕੋਲ ਵੀ ਨਹੀਂ ਪਹੁੰਚ ਪਾਉਂਦੇ ਹਾਂ। ਕੱਚੇ ਘਰਾਂ ਵਿੱਚ ਰਹਿਣ ਵਾਲੇ ਗਰੀਬਾਂ ਨੂੰ ਤਾਂ ਭਾਰੀ ਬਾਰਿਸ਼ ਕਰਕੇ ਭਾਰੀ ਨੁਕਸਾਨ ਹੁੰਦਾ ਹੈ। ਤੀਜਾ ਬਿੰਦੂ ਹੈ ਇਹ ਵੱਧਦਾ ਤਾਪਮਾਨ ਬਸਈ ਵੈਟਲੈਂਡ ਨੂੰ ਵੀ ਪ੍ਰਭਾਵਿਤ ਕਰੇਗਾ। ਹੁਣ ਮੌਸਮੀ ਤਬਦੀਲੀ ਅਤੇ ਉਹਦੇ ਸਾਡੇ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਤੋਂ ਬਾਅਦ ਸਾਡੇ ਦਿਮਾਗ ਵਿੱਚ ਇਹ ਸਵਾਲ ਉੱਠਦਾ ਹੈ ਕਿ ਇਸ ਸਭ ਦੇ ਵਿਰੁੱਧ ਪ੍ਰਕਿਰਤੀ ਦੀ ਕੀ ਪ੍ਰਤੀਕਿਰਿਆ ਰਹੇਗੀ। ਕਿ ਕੁਦਰਤ ਸਿਰਫ ਵੇਖਦੀ ਰਹੇਗੀ ਜਾਂ ਕੁਝ ਕਰੂਗੀ ਵੀ। ਇਹ ਸਾਨੂੰ ਸਾਡੇ ਅਗਲੇ ਵਿਸ਼ੇ ਫੀਡਬੈਕ ਚੱਕਰ ਤੇ ਲੈ ਆਉਂਦਾ ਹੈ। ਫੀਡਬੈਕ ਚੱਕਰ ਕਾਰਨ
ਅਤੇ ਪ੍ਰਭਾਵ ਦਾ ਬਣਤਰ ਚੱਕਰਵਾਤ ਹੈ, ਜਿਹਦੇ ਵਿੱਚ ਕੁਝ ਸ਼ੁਰੂਆਤੀ ਪ੍ਰਭਾਵਾਂ ਕਰਕੇ ਕੁਝ ਸੈਕੰਡਰੀ ਪ੍ਰਭਾਵ ਹੁੰਦੇ ਹਨ ਤੇ ਸੈਕੰਡਰੀ ਪ੍ਰਭਾਵਾਂ ਸਾਡੇ ਸ਼ੁਰੂਆਤੀ ਪ੍ਰਭਾਵਾਂ ਤੇ ਵੀ ਅਸਰ ਪਾਉਂਦੇ ਹਨ। ਸਾਡੇ ਕੋਲ ਦੋ ਤਰ੍ਹਾਂ ਦੇ ਫੀਡਬੈਕ ਚੱਕਰ ਹਨ। ਪਹਿਲਾ ਸਕਾਰਾਤਮਕ ਫੀਡਬੈਕ ਚੱਕਰ ਤੇ ਦੂਜਾ ਨਕਾਰਾਤਮਕ ਫੀਡਬੈਕ ਚੱਕਰ। ਸਕਾਰਾਤਮਕ ਫੀਡਬੈਕ ਚੱਕਰ ਦੇ ਉਦਾਹਰਣ ਹਨ ਆਰਕਟਿਕ ਬਰਫ਼ ਦਾ ਪਿਘਲਣਾ, ਵਾਰਮਿੰਗ ਵੈਟਲੈਂਡ ਪੀਟ, ਪਿਘਲਦਾ ਹੋਇਆ ਪਰਮਾਫਰੋਸਟ, ਐਮਾਜ਼ਨ ਵਰਸ਼ਾ ਦਾ ਮਰ ਜਾਣਾ ਅਤੇ ਇਸ ਤਰ੍ਹਾਂ ਦੇ ਹੋਰ ਵੀ ਉਦਾਹਰਣ ਹਨ। ਨਕਾਰਾਤਮਕ ਫੀਡਬੈਕ ਚੱਕਰ ਦਾ ਇੱਕ ਉਦਾਹਰਣ ਹੈ ਵਾਤਾਵਰਣ ਦੇ ਵੱਧਦੇ ਤਾਪਮਾਨ ਅਤੇ ਵੱਧਦੀ ਕਾਰਬਨ ਡਾਈਆਕਸਾਈਡ ਦੇ ਕਾਰਨ ਬਾਰਿਸ਼ ਵੇਲੇ ਵਾਤਾਵਰਣ ਦੀ ਕਾਰਬਨ ਡਾਈਆਕਸਾਈਡ ਥੱਲੇ ਆ ਜਾਂਦੀ ਹੈ। ਹੁਣ ਇਹ ਕਾਰਬਨ ਡਾਈਆਕਸਾਈਡ ਸਿਲੀਕੇਟ ਵਿਦ ਰਿੰਗ ਨਾਲ ਰਿਐਕਸ਼ਨ ਕਰਦੀ ਹੈ, ਜਿਹਦੇ ਕਰਕੇ ਆਇਰਨ ਦਾ ਉੱਚ ਡਿਸਚਾਰਜ ਹੁੰਦਾ ਹਨ। ਇਹ ਆਇਰਨ ਹਨ ਕੈਲਸ਼ੀਅਮ 2 ਪੋਜ਼ਿਟਿਵ ਅਤੇ ਮੈਗਨੀਸ਼ੀਅਮ 2 ਪੋਜ਼ਿਟਿਵ। ਹੁਣ ਇਹੀ ਪਾਣੀ ਸਮੁੰਦਰ ਵਿੱਚ ਜਾ ਮਿਲਦਾ ਹੈ, ਜਿਸ ਦੇ ਬਾਅਦ ਕਾਰਬੋਨੇਟ ਅਤੇ ਡੋਲਮਾਈਟ ਚੱਟਾਨਾਂ ਦਾ ਨਿਰਮਾਣ ਹੁੰਦਾ ਹੈ। ਕਾਰਬੋਨੇਟ ਅਤੇ ਡੋਲਮਾਈਟ ਚੱਟਾਨਾਂ ਦਾ ਰਸਾਇਣਿਕ ਫਾਰਮੂਲਾ ਹੈ CaCO3 ਤੇ MgCO3 ਹੁਣ ਅਸੀਂ ਸਕਾਰਾਤਮਕ ਅਤੇ ਨਕਾਰਾਤਮਕ ਫੀਡਬੈਕ ਚੱਕਰਾਂ ਨੂੰ ਇੱਕ ਆਮ ਦ੍ਰਿਸ਼ਟੀਕੋਣ ਨਾਲ ਵੇਖਦੇ ਹਾਂ। ਮੰਨ ਲਓ ਕਿ ਤੁਸੀਂ ਆਪਣੀ ਜਮਾਤ ਦੇ ਵਿੱਚ ਟੌਪ ਕੀਤਾ ਹੈ, ਜਿਹਦੇ ਕਰਕੇ ਸਕੂਲ ਨੇ ਤੁਹਾਨੂੰ ਵਜ਼ੀਫਾ ਦਿੱਤਾ। ਹੁਣ ਤੁਸੀਂ ਦੁਬਾਰਾ ਤੋਂ ਕਲਾਸ ਵਿੱਚ ਟੌਪ ਕਰਨ ਦਾ ਜ਼ਰੂਰ ਸੋਚੋਗੇ। ਇਸ ਉਦਾਹਰਣ ਤੋਂ ਅਸੀਂ ਇਹ ਨਤੀਜੇ ਤੇ ਪਹੁੰਚਦੇ ਹਾਂ ਕਿ ਟੌਪ ਕਰਨਾ ਐਕਸ਼ਨ A ਹੈ, ਜਿਹਦਾ ਵਜ਼ੀਫੇ ਯਾਨੀ ਐਕਸ਼ਨ B ਨੂੰ ਉਤਸ਼ਾਹਿਤ ਕਰੂਗਾ ਤੇ ਐਕਸ਼ਨ B ਫਿਰ ਤੋਂ ਐਕਸ਼ਨ A ਨੂੰ ਉਤਸ਼ਾਹਿਤ ਕਰੂਗਾ। ਇਸ ਤਰ੍ਹਾਂ ਦੇ ਚੱਕਰ ਸਾਡੀ ਪਰਿਆਵਰਣ ਵਿੱਚ ਚੱਲਦੇ ਰਹਿੰਦੇ ਹਨ। ਚਲੋ ਹੁਣ ਅਸੀਂ ਨਕਾਰਾਤਮਕ ਫੀਡਬੈਕ ਚੱਕਰਾਂ ਉੱਤੇ ਆਉਂਦੇ ਹਾਂ। ਇਹਦੇ ਵਿੱਚ ਐਕਸ਼ਨ A ਐਕਸ਼ਨ B ਨੂੰ ਤਾਂ ਵਧਾਊਗਾ, ਪਰ ਐਕਸ਼ਨ B ਐਕਸ਼ਨ A ਨੂੰ ਉਤਸ਼ਾਹਿਤ ਨਹੀਂ ਕਰੂਗਾ, ਬਲਕਿ ਉਹਨੂੰ ਦਬਾਊਗਾ। ਪਹਿਲੇ ਦਿੱਤੇ ਉਦਾਹਰਣ ਨੂੰ ਵੀ ਆਪਾਂ ਇੱਥੇ ਸਮਝ ਸਕਦੇ ਹਾਂ। ਇੱਥੇ ਕਾਰਬਨ ਡਾਈਆਕਸਾਈਡ ਦਾ ਵਧਣਾ ਐਕਸ਼ਨ A ਹੈ, ਜਿਹੜਾ ਸਿਲੀਕੇਟ ਵੈਦਰਿੰਗ ਐਕਸ਼ਨ B ਨੂੰ ਉਤਸ਼ਾਹਿਤ ਕਰੂਗਾ, ਪਰ ਸਿਲੀਕੇਟ ਵੈਦਰਿੰਗ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੀ ਹੈ, ਜਿਹਦੇ ਕਾਰਨ ਕਾਰਬਨ ਡਾਈਆਕਸਾਈਡ ਦਾ ਵਧਣਾ ਰੁਕ ਜਾਂਦਾ ਹੈ। ਇਥੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜੀ ਸਾਡੀ ਨਕਾਰਾਤਮਕ ਫੀਡਬੈਕ ਚੱਕਰ ਹਨ, ਉਹ ਕੁਦਰਤ ਦੇ ਵਿੱਚ ਸੰਤੁਲਨ ਬਣਾਏ ਰੱਖਦੇ ਹਨ। ਹੁਣ ਅਸੀਂ ਸਕਾਰਾਤਮਕ ਫੀਡਬੈਕ ਚੱਕਰ ਨੂੰ ਇੱਕ ਉਦਾਹਰਣ ਨਾਲ ਵਾਰਮਿੰਗ ਵੈਟਲੈਂਡ ਪੀਟ ਦੇ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਵਾਰਮਿੰਗ ਵੈਟਲੈਂਡ ਪੀਟ ਇੱਕ ਐਸਾ ਖੇਤਰ ਹੈ ਜਿਹਦਾ ਪਾਣੀ ਦੇ ਨਾਲ ਭਰਿਆ ਹੋਇਆ ਰਹਿੰਦਾ ਹੈ ਤੇ ਉਹਦੇ ਵਿੱਚ ਕੁਝ ਖਾਸ ਪੌਦ ਪਾਈ ਜਾਂਦੀ ਹੈ। ਵੈਟਲੈਂਡ ਕਾਰਬਨ ਨੂੰ ਸੋਖ ਲੈਂਦਾ ਹੈ, ਜਿਹਦੇ ਕਾਰਨ ਕਾਰਬਨ ਡਾਈਆਕਸਾਈਡ ਜਿਹੜੀ ਸਾਡੇ ਵਾਤਾਵਰਣ 'ਚ ਹੈ ਉਹ ਨਹੀਂ ਵੱਧਦੀ। ਪਾਣੀ ਦੇ ਇਕੱਠ ਹੋਣ ਕਰਕੇ ਪੌਦਾ ਦਾ ਸੜਨਾ ਹੌਲੀ ਹੋ ਜਾਂਦਾ ਹੈ ਅਤੇ ਇਹ ਮੁਰਦਾ ਪੌਦੇ ਪੀੜ ਬਣਾਉਣਾ ਸ਼ੁਰੂ ਕਰ ਦਿੰਦੇ ਹੈ। ਪੀੜ ਅਸਲ ਵਿੱਚ ਇੱਕ ਕਿਸਮ ਦਾ ਭੂਰਾ ਡਿਪੋਜ਼ਿਟ ਹੈ, ਜੋ ਕਿ ਅਧੂਰੀ ਸੜਨ ਕਰਕੇ ਬਣਦਾ ਹੈ। ਕੰਜ਼ਰਵੇਸ਼ਨ ਆਫ ਨੇਚਰ ਦੀ ਅੰਤਰਰਾਸ਼ਟਰੀ ਯੂਨੀਅਨ ਦੇ ਅਨੁਸਾਰ ਸਾਡੀ ਧਰਤੀ ਉੱਤੇ 3% ਵੈਟਲੈਂਡ ਹੈ। ਖਰਾਬ ਪੀਟਲੈਂਡ ਦੀ ਗ੍ਰੀਨ ਹਾਊਸ ਗੈਸ ਨਿਕਾਸ ਵਿੱਚ 10% ਦਾ ਹਿੱਸਾ ਹੈਗਾ। ਬਾਕੀ ਦਾ ਬਚਿਆ ਹੋਇਆ ਪੀਟਲੈਂਡ ਦਾ ਖੇਤਰ 30 ਲੱਖ ਕਿਲੋਮੀਟਰ ਸਕੁਆਇਰ ਵਿੱਚ ਫੈਲਾ ਹੋਇਆ ਹੈ, ਜਿਹੜਾ ਲਗਭਗ 550 ਗੀਗਾਟਨ ਕਾਰਬਨ ਨੂੰ ਦਬਾਏ ਬੈਠਾ ਹੈ, ਜੋ ਕਿ ਮਿੱਟੀ ਦੇ ਕਾਰਬਨ ਦਾ 42% ਹੈ। ਹੁਣ ਅਸੀਂ ਇਸ ਵਿਸ਼ੇ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਨਾਲ ਵੇਖਦੇ ਹਾਂ। ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਕਰਕੇ ਤਾਪਮਾਨ ਵੱਧਦਾ ਹੈ। ਵੈਟਲੈਂਡ ਵਿੱਚ ਮਾਈਕਰੋਬ ਦੀ ਕ੍ਰਿਆਸ਼ੀਲਤਾ ਵੀ ਵੱਧ ਜਾਂਦੀ ਹੈ, ਜਿਹਦੇ ਕਰਕੇ ਸਾਡੀ ਮਰੀ ਹੋਈ ਵਨਸਪਤੀ ਵੀ ਗਲਣਾ ਸ਼ੁਰੂ ਕਰ ਦਿੰਦੀ ਹੈ। ਇਸ ਗਲਣ ਕਰਕੇ ਮੀਥੇਨ ਗੈਸ ਰਿਲੀਜ਼ ਹੁੰਦੀ ਹੈ, ਜੋ ਕਿ ਇੱਕ ਹੋਰ ਗ੍ਰੀਨ ਹਾਊਸ ਗੈਸ ਹੈਗੀ ਆ, ਜਿਹਦੇ ਕਰਕੇ ਫਿਰ ਸੇ ਤਾਪਮਾਨ ਦਾ ਵਾਧਾ ਹੋਵੇਗਾ।
ਅਸੀਂ ਸਭ ਜਾਣਨ ਦੇ ਬਾਅਦ ਇਹ ਸੋਚਦੇ ਹਾਂ ਕਿ ਹੁਣ ਆਪਾਂ ਕੀ ਕਰ ਸਕਦੇ ਹਾਂ। ਸਾਨੂੰ ਪਤਾ ਹੈਗਾ ਕਿ ਕੋਵਿਡ ਦੇ ਵਿੱਚ ਪ੍ਰਦੂਸ਼ਣ ਦਾ ਸਤਰ ਘਟਿਆ ਹੈ, ਇਸ ਲਈ ਆਓ ਅਸੀਂ ਇਹ ਸਮਝੇ ਕਿ ਕੀ ਹੋਇਆ ਸੀ ਤਾਂ ਕਿ ਉਸ ਤੋਂ ਆਪਾਂ ਸਾਡੇ ਪ੍ਰਦੂਸ਼ਣ ਦੇ ਸਤਰ ਨੂੰ ਘੱਟ ਹੀ ਰੱਖ ਸਕੇ। ਤਾਂ ਅਸਲ ਵਿੱਚ ਹੋਇਆ ਇਹ ਸੀ ਕਿ ਤਾਲਾਬੰਦੀ ਦੇ ਕਾਰਨ ਵਾਹਨਾਂ ਦਾ ਜ਼ਹਿਰੀਲੀ ਗੈਸ ਵਾਹਨਾਂ ਤੋਂ ਨਿਕਲਦੀ ਸੀਗੀ ਉਹ ਘੱਟ ਹੋ ਗਈ। ਆਪਾਂ ਵਾਹਨ ਯੂਜ਼ ਕਰਨਾ ਤਾਂ ਬੰਦ ਨਹੀਂ ਕਰ ਸਕਦੇ, ਪਰ ਪੈਦਲ ਚੱਲਣਾ ਤੇ ਸਾਈਕਲ ਦਾ ਇਸਤੇਮਾਲ ਜ਼ਰੂਰ ਕਰ ਸਕਦੇ ਹਾਂ। ਇਸ ਦੌਰਾਨ ਸਾਡੇ ਵੱਖ-ਵੱਖ ਉਦਯੋਗ ਵੀ ਬੰਦ ਰਵੇ, ਜਿਹਦੇ ਕਰਕੇ ਹਾਨੀਕਾਰਕ ਗੈਸਾਂ ਦੀ ਨਿਕਾਸੀ ਵੀ ਘਟ ਗਈ। ਅਸੀਂ ਉਦਯੋਗਾਂ ਨੂੰ ਬੰਦ ਤਾਂ ਨਹੀਂ ਕਰ ਸਕਦੇ, ਪਰ ਸਹੀ ਚਿਮਨੀ ਦੀ ਵਰਤੋਂ ਜ਼ਰੂਰ ਕਰ ਸਕਦੇ ਹਾਂ। ਅਸੀਂ ਇਹ ਕੋਸ਼ਿਸ਼ ਵੀ ਕਰ ਸਕਦੇ ਹਾਂ ਕਿ ਨਦੀਆਂ ਵਿੱਚੋਂ ਛੱਡਿਆ ਜਾ ਰਿਹਾ ਨੁਕਸਾਨਦੇਹ ਕਚਰਾ ਸਾਫ਼ ਕਰਕੇ ਛੱਡਿਆ ਜਾਵੇ। ਘਰ ਬੈਠ ਕੇ ਕੰਮ ਕਰਨੇ ਨਾਲ ਸਿਰਫ ਕੰਪਨੀਆਂ ਨੂੰ ਨਹੀਂ ਬਲਕਿ ਸਾਡੇ ਵਾਤਾਵਰਣ ਨੂੰ ਵੀ ਬਹੁਤ ਫਾਇਦਾ ਹੋਇਆ ਹੈ। ਸਾਨੂੰ ਇਹ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕਿ ਜੰਗਲਾਂ ਦੀ ਸੰਭਾਲ ਹੋ ਸਕੇ ਤਾਂ ਕਿ ਜ਼ਮੀਨ ਹੇਠਲੇ ਪਾਣੀ ਵਿੱਚ ਵਾਧਾ ਹੋਵੇ। ਆਓ ਸਾਰੇ ਮਿਲ ਕਰ ਇਹ ਕੋਸ਼ਿਸ਼ ਕਰੀਏ ਕਿ ਸਾਡੀ ਧਰਤੀ ਰਹਿਣ ਲਈ ਬਿਹਤਰ ਥਾਂ ਬਣ ਸਕੇ। ਧੰਨਵਾਦ।